अस्सलाम वालेकुम रहमतुल्लाहि व बरकातुहू। आप देख रहे हैं मुहाफ़िज़ पाकिस्तान टीवी और इस नाचीज़ का नाम है हसीबुर रहमान। आज यूनान में हमारे साथ वो शख्सियत मौजूद हैं जो इंडिया से बिलोंग करते हैं और जो किसी तारफ़ की मोहताज नहीं है। आए उनसे बात करते हैं और पंजाबी में इंशाल्लाह बात करेंगे। वो इसलिए कि जितने भी हमारे यहाँ पाकिस्तानी हैं और इंडियन भाई हैं उनको भी समझ आए। जी भाई जी की हाल ने, ठीक हो जी बहुत ਵਧੀਆ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ। जी। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਚੰਚਲ ਸੋਢੀ जिंदाबाद। इंडिया ਕਿਹੜੀ ਜਗ੍ਹਾ ਤੋਂ ਹੋ? ਜਲੰਧਰ ਤੋਂ। ਜਲੰਧਰ ਤੋਂ। बहुत अच्छा ਤੁਹਾਡਾ वर्क है, एप्रीशिएट करते हैं ਤੁਹਾਨੂੰ। बहुत थैंक यू एक जी। बात दूसरी बात है वे कि यह ਜਿਹੜਾ सिस्टम ਤੁਸੀਂ ਕੀਤਾ बी पॉजिटिव, ਜੀ वाकई ही तुम पॉजिटिव तरीके ਨਾਲ ਕੰਮ ਕਰ ਰਹੇ ਹੋ कि ਜਾਂ बस बी पॉजिटिव ही है? ਨਹੀਂ ਆਪਾਂ ਹਮੇਸ਼ਾ ਤੋਂ ਬੀ ਪੋਜ਼ਿਟਿਵ ਹੀ ਹਾਂ। जिंदाबाद। ਮਤਲਬ ਜਦੋਂ ਵੀ ਕੋਈ ਸਾਡੀ ਲਾਈਫ ਪਰਸਨਲ ਲਾਈਫ ਦੇ ਵਿੱਚ ਵੀ ਕੋਈ ਮਸਲਾ ਆਵੇ ਨਾ, ਪਰ ਅਸੀਂ ਉਹਦੇ ਵਿੱਚੋਂ ਨਾ ਕੋਈ ਚੰਗੀ ਗੱਲ ਲੱਭ ਹੀ ਲੈਂਦੇ ਹਾਂ। ਅਸੀਂ ਨੈਗੇਟਿਵ ਚੀਜ਼ ਸੋਚਦੇ ਹੀ ਨਹੀਂ ਹੈਗੇ, ਇਹ ਸ਼ੁਰੂ ਤੋਂ ਹੀ ਆ। ਤੇ ਇਸ ਕਰਕੇ ਸੋਚਿਆ ਸੀ ਕਿ ਲੈਟਸ ਜਦੋਂ ਵੀ ਆਫਿਸ ਬਣਾਵਾਂਗੇ ਉਹਦਾ ਨਾਮ ਬੀ ਪੋਜ਼ਿਟਿਵ ਹੀ ਰੱਖਾਂਗੇ। जिंदाबाद। अच्छा, बी पॉजिटिव ऑफिस ਉਹਨਾਂ ਦਾ ਤੇ ਕਾਈਂਡਲੀ ਤੁਸੀਂ ਇਹਦੀ ਟਾਈਮਿੰਗ ਔਰ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ। ਟਾਈਮਿੰਗ ਜੀ ਮੰਡੇ ਟੂ ਫਰਾਈਡੇ ਤੁਸੀਂ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ, ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ 3 ਆਵਰਸ। ਤੇ ਸੈਟਰਡੇ ਸੰਡੇ ਨੂੰ ਸਵੇਰੇ ਤੁਸੀਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਆ ਸਕਦੇ ਆ। ਪਰ ਆਉਣ ਤੋਂ ਪਹਿਲਾਂ ਪਲੀਜ਼ ਇੱਕ ਵਾਰੀ ਕਾਲ ਕਰ ਲੈਂ, ਅਪਾਇੰਟਮੈਂਟ ਲੈ ਲੈਂ, ਕਿਉਂਕਿ ਮੈਂ ਕਈ ਵਾਰੀ ਇੱਧਰ ਉੱਧਰ ਘੁੰਮਦਾ ਰਹਿੰਦਾ। ਤੇ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ ਜੀ। ਜਿਹੜਾ ਮੇਰੀ ਟਿਕਟੋਕ ਪ੍ਰੋਫਾਈਲ 'ਤੇ ਜਿਹੜਾ ਨੰਬਰ ਆ ਉਹ ਹੈਗਾ ਜੀ 6982 96 97 86। ਸਹੀ ਹੋ ਗਿਆ। ਅੱਛਾ, ਇੱਕ ਸਵਾਲ ਹੈ ਤੁਹਾਡੇ ਨਾਲ ਭਾਜੀ ਕਿ ਯਾਨੀ ਕਿ ਤੁਸੀਂ ਕਿਹੜਾ ਕਿਹੜਾ ਵਰਕ ਕਰ ਰਹੇ ਹੋ ਇਸ ਦਫ਼ਤਰ ਦੇ ਅੰਦਰ, ਕਿਹੜਾ ਕੰਮ ਕਰ ਰਹੇ ਹੋ ਦਿਲੋਸੀਆਂ ਦੇ ਹਵਾਲੇ ਨਾਲ, ਡਾਕੂਮੈਂਟਸ ਦੇ ਹਵਾਲੇ ਨਾਲ, ਜਿਹੜੇ ਵੀ ਡਾਕੂਮੈਂਟਸ ਦੇ ਹਵਾਲੇ ਨਾਲ ਤੁਸੀਂ ਕਰ ਰਹੇ ਹੋ ਕਾਈਂਡਲੀ ਸਾਰਿਆਂ ਨੂੰ ਤੁਸੀਂ ਖੁਦ ਇਨਫਾਰਮ ਕਰ ਦਿਓ। ਜੀ ਬਿਲਕੁਲ। ਬੀ ਪੋਜ਼ਿਟਿਵ ਪ੍ਰੋਸੈਸਿੰਗ ਐਂਡ ਕੰਸਲਟਿੰਗ ਸਾਡੇ ਆਫਿਸ ਦਾ ਨਾਮ ਆ। ਇਹਦੇ ਵਿੱਚ ਅਸੀਂ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਆ, ਜਿਹੜੇ ਸਾਡੇ ਇੰਡੀਅਨ ਪਾਕਿਸਤਾਨੀ, ਉਹਨਾਂ ਦੀ ਸਹੂਲਤ ਵਾਸਤੇ ਜਿਨ੍ਹਾਂ ਨੂੰ ਬੋਲੀ ਦੀ ਸਮੱਸਿਆ ਆਉਂਦੀ ਹੈ ਨਾ, ਤੇ ਇਸ ਕਰਕੇ ਜਿਹੜੀ ਮੇਰੀ ਟੀਮ ਦੇ ਵਿੱਚ ਸਾਡੇ ਕੋਲ ਲੋਗਿਸਤੀ ਹੈਗੇ ਆ, ਵਕੀਲ ਹੈਗੇ ਆ, ਟਰਾਂਸਲੇਟਰ ਹੈਗੇ ਆ। ਤੇ ਅਗਰ ਕਿਸੇ ਨੇ ਲੋਗਿਸਤੀ ਦਾ ਕੰਮ ਕਰਵਾਉਣਾ, ਅਕਾਊਂਟ ਦਾ ਕੰਮ ਕਰਵਾਉਣਾ, ਵੀ ਆਰ ਹੇਅਰ ਫॉर ਯੂ। ਅਗਰ ਕਿਸੇ ਨੇ ਯੂਕੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਤੇ ਵੀ ਆਰ ਹੇਅਰ ਫॉर ਯੂ। ਜੇ ਅਗਰ ਤੁਸੀਂ ਕੋਈ ਵੀ ਟਰਾਂਸਲੇਸ਼ਨ ਕਰਵਾਉਣੀ ਆ ਤੇ ਆਪਾਂ ਤੁਹਾਡੇ ਕੋਲ ਅਵੇਲੇਬਲ ਹੈਗੇ ਆ। ਤੇ ਉਸ ਤੋਂ ਬਾਅਦ ਚੋਂ ਪੇਪਰ ਰੀਨਿਊ ਕਰਵਾਉਣੇ ਆ, ਪੇਪਰ ਸਬਮਿਟ ਕਰਵਾਉਣੇ ਆ ਤੇ ਆਪਾਂ ਤੁਹਾਡੇ ਲਈ ਹਾਜ਼ਰ ਹਾਂ। ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ, ਟਿਕਟੋਕ ਤੇ ਕੰਟੈਕਟ ਕਰ ਸਕਦੇ ਆ। ਮੇਰੀ ਟਿਕਟੋਕ ਪ੍ਰੋਫਾਈਲ ਦੇ ਉੱਤੇ ਮੇਰਾ ਉਹ ਨੰਬਰ ਹੈ ਜਿਹੜਾ ਕਿ ਤੁਸੀਂ ਚੰਚਲ ਸੋਢੀ ਦੇ ਨਾਂ ਤੇ ਤੁਸੀਂ ਕੀਤਾ ਜਾਂ ਜੀ ਨਹੀਂ, ਉਹਦੇ ਉੱਪਰ ਤੁਹਾਨੂੰ ਲੱਭੂਗਾ ਸੋਢੀ ਸਾਹਿਬ ਲਿਖਿਆ ਹੋਊਗਾ ਤੇ ਉਹ ਆਪਾਂ ਵੀਡੀਓ ਦੇ ਵਿੱਚ ਵੀ ਬਹੁਤ ਦਿਖਾ ਜੀ, ਵੀਡੀਓ 'ਚ ਵੀ ਮੈਂ ਮੈਂਸ਼ਨ ਕਰ ਦੇਣਾ। ਅੱਛਾ, ਇੱਕ ਕੁਐਸਚਨ ਹੋਰ ਹੈ ਕਿ ਯੂਕੇ ਦਾ ਔਰ ਕੈਨੇਡਾ ਦਾ ਵੀਜ਼ਾ ਤੁਸੀਂ ਇਹ ਵੀ ਕੰਮ ਕਰਦੇ ਹੋ। ਯੂਕੇ ਔਰ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਸਤੇ ਕਿਹੜੇ ਡਾਕੂਮੈਂਟਸ ਲਾਜ਼ਮ ਨੇ ਯੂਨਾਨ ਦੇ ਅੰਦਰ ਹੋਣਗੇ ਤੇ ਉਹੀ ਫਰਦ ਅਪਲਾਈ ਯਾਨੀ ਕਿ ਕਰ ਸਕਦਾ ਹੈ? ਜੀ, ਯੂਕੇ ਦਾ ਵੀਜ਼ਾ ਅਪਲਾਈ ਕਰਨ ਵਾਸਤੇ ਆਪਾਂ ਨੂੰ 5-6 ਚੀਜ਼ਾਂ ਚਾਹੀਦੀਆਂ ਜਿਹੜੀਆਂ ਮੈਂ ਜਲਦੀ ਬੋਲ ਦਿੰਦਾ। ਫਸਟ ਆਫ ਆਲ ਤੁਹਾਨੂੰ ਚਾਹੀਦਾ ਪਾਸਪੋਰਟ, ਜਿਹੜਾ ਕਿ ਐਟਲੀਸਟ ਸਾਲ ਕੁ ਦਾ ਵੈਲਿਡ ਹੋਵੇ ਤਾਂ ਵਧੀਆ ਗੱਲ ਆ। ਤੇ ਤੁਹਾਡੇ ਕੋਲ ਆਧਿਆ ਪਾਰਾਮੋਨੀ ਹੋਣੀ ਚਾਹੀਦੀ ਆ, ਕਾਰਡ ਚਾਹੀਦਾ ਆ, ਵਿਵਿਓਸੀ ਨਹੀਂ ਚਾਹੀਦੀ। ਬਹੁਤ ਸਾਰੇ ਭੈਣ ਭਰਾ ਫੋਨ ਕਰਦੇ ਆ ਕਿ ਸਾਡੇ ਕੋਲ ਵਿਵਿਓਸੀ ਆ। ਪਲੀਜ਼ ਅਗਰ ਤੁਹਾਡੇ ਕੋਲ ਵਿਵਿਓਸੀ ਆ ਤੇ ਕਾਰਡ ਦੇ ਆਉਣ ਦਾ ਇੰਤਜ਼ਾਰ ਕਰੇ। ਉਸ ਤੋਂ ਬਾਅਦ 'ਚੋਂ ਤੁਹਾਡੇ ਘਰ ਦਾ ਪ੍ਰੂਫ ਚਾਹੀਦਾ, ਜ਼ਰੂਰੀ ਨਹੀਂ ਕਿ ਸਿੰਬੋਲੀਓ ਹੋਵੇ, ਤੁਸੀਂ ਪੈਫਤੀਨੀ ਦਿਲੋਸੀ ਲੈ ਸਕਦੇ ਆ। ਉਸ ਤੋਂ ਬਾਅਦ 'ਚੋਂ ਮਾਲਕ ਦਾ ਲੈਟਰ ਚਾਹੀਦਾ। ਮਾਲਕ ਦਾ ਲੈਟਰ ਤੁਸੀਂ ਮੇਰੇ ਕੋਲੋਂ ਕੰਟੈਕਟ ਕਰਕੇ ਤੁਸੀਂ ਲੈ ਸਕਦੇ ਆ, ਉੱਦਾਂ ਦਾ ਸੈਂਪਲ। ਤੇ ਉਹ ਤੁਸੀਂ ਜਿੱਥੇ ਕੰਮ ਕਰਦੇ ਹੋ ਉਹਨਾਂ ਨੂੰ ਦਿਖਾ ਦੇं ਤੇ ਉਹ ਤੁਹਾਨੂੰ ਰੈਡੀ ਕਰ ਦੋਗੇ। ਇੱਕ ਲਾਸਟ ਕਥਰਿਸਤ ਕੋ ਚਾਹੀਦੀ ਆ ਤੇ ਬੈਂਕ ਸਟੇਟਮੈਂਟ ਚਾਹੀਦੀ ਆ ਪਿਛਲੇ 4 ਮਹੀਨਿਆਂ ਦੀ, ਜਿਹਦੇ ਵਿੱਚ ਮਾਲਕ ਵੱਲੋਂ ਪੈਸੇ ਪੈਂਦੇ ਹੋਣੇ ਚਾਹੀਦੇ ਆ, ਆਪ ਪੈਸੇ ਨਹੀਂ ਪਾਉਣੇ। ਬਹੁਤ ਸਾਰੇ ਭੈਣ ਭਰਾ ਕਹਿੰਦੇ ਕਿ ਭਾਜੀ ਅਸੀਂ ਆਪ ਪੈਸੇ ਪਵਾ ਲਈਏ, ਪਰ ਉਹਦੇ ਨਾਲ ਫਿਰ ਉਹ ਗਲਤ ਹੋ ਜਾਣਾ, ਫਿਰ ਉਹ ਵੀਜ਼ਾ ਨਹੀਂ ਮਿਲਦਾ। ਠੀਕ ਹੈ। ਇੱਕ ਬਾਤ ਹੈ ਵੀ ਕਿ ਪੈਸੇ ਮੈਕਸਿਮਮ ਕਿੰਨੀ ਸੈਲਰੀ ਹੋਣੀ ਚਾਹੀਦੀ ਵੀਜ਼ਾ ਅਪਲਾਈ ਕਰਨ ਵਾਸਤੇ? ਜੇ ਤਾਂ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਤੇ ਇੱਕ ਫਰਦ ਵਾਸਤੇ 3,500 ਯੂਰੋ ਹੋਵੇ ਤਾਂ ਦੈਟਸ ਵੈਰੀ ਗੁੱਡ। ਮੰਥਲੀ? ਨਹੀਂ, ਟੋਟਲ ਤੁਹਾਡੇ ਬੈਂਕ ਬੈਲੈਂਸ 3.5 ਹੋਣਾ ਚਾਹੀਦਾ। 3.5, ਠੀਕ ਹੈ। ਜੇ ਤੁਹਾਡੀ ਕਥਾਰਿਸਤ ਕੋਲ ਲੈਟਸ ਸੇ 10,000 ਯੂਰੋ ਦੀ ਆ ਤੇ 800 ਯੂਰੋ 900 ਯੂਰੋ ਸੈਲਰੀ ਪੈਂਦੀ ਆ ਤੇ ਦੈਟਸ ਓਕੇ, ਉਹਦਾ ਕੋਈ ਮਸਲਾ ਨਹੀਂ ਹੋ ਜਾਏਗਾ, ਠੀਕ ਹੈ। ਅੱਛਾ, ਇੱਕ ਕੁਐਸਚਨ ਹੋਰ ਹੈ ਕਿ ਅਗਰ ਫਾਰ ਐਗਜ਼ਾਮਪਲ ਕਿਸੇ ਕੋਲ 3 ਸਾਲ ਦੇ ਸਬੂਤ ਜਾਂ 3 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਕਿਸੇ ਨੇ ਲਏ ਨੇ, ਇਹਦੇ 'ਚ ਤਾਂ ਕੋਈ ਮਸਲਾ ਨਹੀਂ ਹੈ, ਸਿਰਫ ਪੇਪਰ ਤੁਹਾਡੇ ਕੋਲ ਯੂਨਾਨ ਦੇ ਲੀਗਲ ਪੇਪਰ ਹੋਣੇ ਚਾਹੀਦੇ, ਆਧਿਆ ਪਾਰਾਮੋਨੀ ਹੋਣਾ ਚਾਹੀਦਾ, ਚਾਹੇ ਉਹ ਜਿਹੜੀ ਮਰਜ਼ੀ ਕੈਟਾਗਰੀ ਦਾ ਹੋਵੇ, ਚਾਹੇ 7 ਸਾਲ ਔਰ ਵੀਵੀਓਸੀਆਂ ਦੇ ਹਵਾਲੇ ਨਾਲ ਨਹੀਂ ਹੋ ਸਕਦਾ? ਵਿਵਿਓਸੀ ਤੇ ਨਹੀਂ ਹੋਣਾ ਅਪਲਾਈ। ਇੱਕ ਅਗਰ ਕੋਈ ਫਾਰ ਐਗਜ਼ਾਮਪਲ ਇੱਥੇ ਨੈਸ਼ਨੈਲਿਟੀ ਦੇ ਹਵਾਲੇ ਨਾਲ ਵੀ ਕੁਐਸਚਨ ਕਰਨਾ ਚਾਹੁੰਦਾ ਮੈਂ ਕਿ ਨੈਸ਼ਨੈਲਿਟੀ ਲੈਣ ਵਾਸਤੇ ਇੰਡੀਅਨ,
पाकिस्तानी बांग्लादेश या जितनी भी कम्युनिटी ने क्या तमाम का एक ही प्रोसीजर है, एक ही तरीकाकार है या डिफरेंट इन्हों का सिस्टम है? ਨਹੀਂ, ਜਿਹੜਾ ਗ੍ਰੀਸ ਦਾ ਕਾਨੂੰਨ ਆ ਉਹ ਸਾਰੇ ਫੋਰਨਰ ਵਾਸਤੇ ਸੇਮ ਹੀ ਆ। ਉਹਦੇ ਵਿੱਚ ਕੋਈ ਵੀ ਹੋਵੇ, ਜਿਹੜਾ ਮਰਜ਼ੀ ਮੁਲਕ ਦਾ ਬੰਦਾ ਹੋਵੇ, ਉਹਨਾਂ ਦਾ ਕਾਨੂੰਨ ਸੇਮ ਹੀ ਆ ਕਿ ਤੁਹਾਡੇ ਕੋਲ ਲਾਸਟ 7 ਕਥਾਰਿਸਤਕ ਹੋਣੀਆਂ ਚਾਹੀਦੀਆਂ ਤੇ 7 ਸਾਲਾਂ ਤੋਂ ਤੁਸੀਂ ਗ੍ਰੀਸ ਦੇ ਵਿੱਚ ਲੀਗਲ ਹੋਣੇ ਚਾਹੀਦੇ। ਜੀ, ਔਰ ਜਿਹੜਾ ਕੈਨੇਡਾ ਔਰ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਹੈ ਉਹ ਮੈਕਸਿਮਮ ਕਾਰਡ ਨੂੰ ਕਿੰਨੀ ਦੇਰ ਵੈਲਿਡ ਹੋਣਾ ਚਾਹੀਦਾ, ਯਾਨੀ ਕਿੰਨੀ ਦੇਰ ਤੋਂ ਕਾਰਡ ਬੰਦੇ ਦੇ ਕੋਲ ਪੇਪਰ ਹੋਣ ਤੇ ਉਹ ਅਪਲਾਈ ਕਰ ਸਕਦਾ? ਫਾਰ ਐਗਜ਼ਾਮਪਲ ਕਿਸੇ ਨੂੰ ਕਾਰਡ ਮਿਲ ਜਾਂਦਾ ਹੈ ਬਿਲਕੁਲ ਨਵਾਂ ਮਿਲਿਆ, ਯਾਨੀ 2 ਮਹੀਨੇ ਨੇ, 4 ਮਹੀਨੇ, 6 ਮਹੀਨੇ, ਕਿਆ ਉਹ ਵੀ ਵੀਜ਼ੇ ਅਪਲਾਈ ਕਰ ਸਕਦਾ? ਜੀ ਬਿਲਕੁਲ, ਉਹਦਾ ਕੋਈ ਮਸਲਾ ਨਹੀਂ, ਪਰ ਕਾਰਡ ਹੋਣਾ ਚਾਹੀਦਾ ਐਟਲੀਸਟ 8 ਤੋਂ 10 ਮਹੀਨੇ ਉਹਦੇ ਰਹਿੰਦੇ ਹੋਣੇ ਚਾਹੀਦੇ, ਕਿਉਂਕਿ ਯੂਕੇ ਵਾਲੇ ਤੁਹਾਨੂੰ 6 ਮਹੀਨੇ ਦਾ ਵੀਜ਼ਾ ਦਿੰਦੇ ਆ। ਔਰ ਨੈਸ਼ਨੈਲਿਟੀ ਅਪਲਾਈ ਕਰਨ ਵਾਸਤੇ ਮੈਕਸਿਮਮ ਕਿੰਨੀ ਕੁ ਦੇਰ ਬੰਦੇ ਨੇ ਗੁਜ਼ਾਰਨੀ ਹੈ? ਨੈਸ਼ਨੈਲਿਟੀ ਮੈਂ ਜਿੱਦਾਂ ਕਿ ਪਹਿਲਾਂ ਹੀ ਬੋਲ ਕੇ ਹਟਿਆ ਕਿ ਧਿਆਨ ਦੇਖ, ਸਾਨੂੰ ਚਾਹੀਦੀਆਂ, ਸਾਨੂੰ ਨਹੀਂ, ਗ੍ਰੀਸ ਗਵਰਨਮੈਂਟ ਕਹਿੰਦੀ ਆ ਕਿ ਪਿਛਲੀਆਂ 7 ਕਥਾਰਿਸਤਕ ਹੋਣੀਆਂ ਚਾਹੀਦੀਆਂ, ਯਾਨੀ ਮੈਕਸਿਮਮ 7 ਸਾਲ ਗੁਜ਼ਾਰਨ ਤੋਂ ਬਾਅਦ। ਜੀ ਬਿਲਕੁਲ। ਜਿਹੜਾ ਪਹਿਲਾ ਕਾਰਡ ਮਿਲਿਆ ਆ ਜਿੱਦਾਂ ਹੁਣ 2025 ਆ ਤੇ 2017 ਤੋਂ ਜਿਨ੍ਹਾਂ ਦੇ ਕੋਲ ਵੀ ਕਾਰਡ ਹੈਗਾ ਉਹ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਆ। ਤੇ ਆਪਾਂ ਹਮੇਸ਼ਾ ਸਾਰਿਆਂ ਨੂੰ ਮੋਟੀਵੇਟ ਕਰਦੇ ਆ, ਮੇਰੇ ਖਿਆਲ ਦੇ ਨਾਲ ਇੱਕ ਮੈਂ ਹੀ ਆ ਜਿਹੜਾ ਸਾਰਿਆਂ ਨੂੰ ਮੋਟੀਵੇਟ ਕਰਦਾ ਕਿ ਨੈਸ਼ਨੈਲਿਟੀ ਲਾਓ, ਨੈਸ਼ਨੈਲਿਟੀ ਲਾਓ, ਨੈਸ਼ਨੈਲਿਟੀ ਲਾਓ। ਵੈਰੀ ਗੁੱਡ। ਤੇ ਹੁਣ ਦੂਸਰੀ ਬਾਤ ਹੈ ਕਿ ਹੁਣ ਯੂਨਾਨ 3 ਸਾਲ ਇਮੀਗ੍ਰੇਸ਼ਨ ਆਲਰੇਡੀ ਬੰਦ ਕਰ ਚੁੱਕਿਆ ਹੈ। ਜੀ ਬਿਲਕੁਲ। 7 ਸਾਲ ਇਮੀਗ੍ਰੇਸ਼ਨ ਬੰਦ ਹੋਣ ਦੇ ਹਵਾਲੇ ਨਾਲ ਵੀ ਬਿਲਕੁਲ ਉਹ ਵੀ ਕਦਾਰ ਤੇ ਹੀ ਆ ਬੰਦ ਕਿ ਹੋ ਸਕਦਾ ਹੋ ਜਾਏ, ਤੇ ਹਾਲੇ ਫਿਲਹਾਲ ਕੋਈ ਪੱਕਾ ਨਹੀਂ ਹੈ। ਅਗਰ ਸਾਰੇ ਇਹ ਕਾਨੂੰਨ ਬੰਦ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਇੰਡੀਅਨ ਔਰ ਪਾਕਿਸਤਾਨੀਆਂ ਜਿਹੜੀਆਂ ਸਾਡੀਆਂ ਕਮਿਊਨਿਟੀ ਨੇ ਏਸ਼ੀਆ ਦੀਆਂ, ਯਾਨੀ ਇਹਨਾਂ ਵਾਸਤੇ ਮੁਸ਼ਕਲਾਂ ਯੂਨਾਨ 'ਚ ਜ਼ਿਆਦਾ ਵੱਧ ਜਾਣਗੀਆਂ ਜਾਂ ਕੋਈ ਨਵਾਂ ਕੋਈ ਕਾਨੂੰਨ ਆਏਗਾ ਕਿ ਮੁਸ਼ਕਲਾਂ ਖਤਮ ਹੋ ਜਾਣਗੀਆਂ ਸਾਡੀਆਂ? ਜਿੱਦਾਂ ਕਿ ਮੈਂ ਪਹਿਲਾਂ ਵੀ ਇੱਕ ਵਾਰੀ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਇੱਕ ਰਿਪੋਰਟਰ ਜਿਹੜੇ ਹੋਮ ਮਿਨਿਸਟਰ ਸੀਗੇ ਉਹਨਾਂ ਦੇ ਨਾਲ ਸਵਾਲ ਜਵਾਬ ਕਰ ਰਹੇ, ਉਹ ਕਹਿੰਦੇ ਆ ਕਿ ਜਿਹੜਾ ਫੋਰਨਰ ਆ ਨਾ ਉਹ ਅਰਗਤਿਕਾ ਖੇਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਜ਼ਰੂਰਤ ਬਹੁਤ ਆ, ਉਹਨਾਂ ਤੋਂ ਬਗੈਰ ਕੰਮ ਚੱਲਣਾ ਹੀ ਨਹੀਂ ਹੈਗਾ। ਜਿਹੜੇ ਕੰਮ ਸਾਡੇ ਭੈਣ ਭਰਾ ਕਰਦੇ ਆ ਨਾ ਉਹ ਗ੍ਰੀਕੀ ਤਾਂ ਕਰਦੇ ਹੀ ਨਹੀਂ। ਬਿਲਕੁਲ, ਮਤਲਬ ਇਹਨਾਂ ਦੀ ਜ਼ਰੂਰਤ ਇਹਨਾਂ ਨੂੰ ਪੈਣੀ ਹੀ ਪੈਣੀ ਹੈ ਵਰਕਰਾਂ ਉਹ। ਹਾਂਜੀ, ਉਹ ਤਾਈਓ ਇਹਨਾਂ ਨੂੰ ਵਰਕ ਪਰਮਿਟ ਤੇ ਗ੍ਰੀਸ ਦੇ ਵਿੱਚ ਲਿਆ ਰਹੇ ਆ। ਉਹ ਕਹਿੰਦੇ ਆ ਉਹਨਾਂ ਦਾ ਵੀ ਇੱਕ ਤਰੀਕੇ ਨਾਲ ਦੇਖਿਆ ਜਾਵੇ ਨਾ ਉਹਨਾਂ ਦਾ ਪੁਆਇੰਟ ਵੀ ਸਹੀ ਹੈ। ਉਹ ਕਹਿੰਦੇ ਕਿ ਜਿਹੜਾ ਵੀ ਫਰਦ ਆਵੇ ਉਹ ਲੀਗਲ ਆਵੇ। ਬਿਲਕੁਲ, ਕਿਉਂਕਿ ਜਦੋਂ ਲੀਗਲ ਆਉਂਦਾ ਆ ਤੇ ਉਸ ਵੇਲੇ ਉਹਦਾ ਕਰੈਕਟਰ ਸਰਟੀਫਿਕੇਟ, ਉਹਦਾ ਪੁਲਿਸ ਰਿਕਾਰਡ ਜਿਸ ਮੁਲਕ ਤੋਂ ਆ ਰਿਹਾ ਉਹਨਾਂ ਨੂੰ ਵੀ ਪਤਾ ਹੁੰਦਾ ਤੇ ਇਹਨਾਂ ਨੂੰ ਵੀ ਪਤਾ ਹੁੰਦਾ ਜੀ। ਮਤਲਬ ਉਹ ਇੱਕ ਜੈਨੂਇਨ ਪਰਸਨ ਆ। ਜਦੋਂ ਕੋਈ ਬੰਦਾ ਬਾਰਡਰ ਕ੍ਰਾਸ ਕਰਕੇ ਆਉਂਦਾ ਉਹਦੇ ਬਾਰੇ ਤਾਂ ਕੋਈ ਜ਼ਿਆਦਾ ਡਿਟੇਲ ਨਹੀਂ ਨਾ ਹੁੰਦੀ ਇਹਨਾਂ ਦੇ ਕੋਲ, ਤੇ ਇਸ ਕਰਕੇ ਇਹ ਚੀਜ਼ ਨੂੰ ਰੋਕਣਾ ਚਾਹੁੰਦੇ ਆ। ਪਰ ਇਹਨਾਂ ਦੀ ਇਹ ਫੋਰਨਰ ਤੋਂ ਬਗੈਰ ਗੁਜ਼ਾਰਾ ਨਹੀਂ ਹੋਣਾ ਯੂਰਪ ਦਾ। ਔਰ ਤੁਹਾਨੂੰ ਕੀ ਲੱਗਦਾ ਹੁਣ ਮੁਸ਼ਕਲਾਂ ਤਾਂ ਵੱਧ ਜਾਣਗੀਆਂ ਜਾਂ ਫਿਲਹਾਲ ਘਟ ਜਾਣਗੀਆਂ ਕੋਈ ਇਹ ਸੀਨ ਹੋਣ ਦੀ ਵਜ੍ਹਾ ਤੋਂ? ਮੁਸ਼ਕਲਾਂ ਤਾਂ ਇਹਨਾਂ ਨੇ ਪਹਿਲਾਂ ਹੀ ਵਧਾ ਦਿੱਤੀਆਂ, ਪਹਿਲਾਂ ਹੀ ਵਧੀਆਂ ਆ। ਸਾਰੇ ਭੈਣ ਭਰਾ ਜਿਹੜੇ ਵੀ ਬੱਸਾਂ ਦੇ ਵਿੱਚ ਜਾਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਆ ਉਹ ਦੱਸਦੇ ਆ ਕਿ ਪੁਲਿਸ ਵਾਲੇ ਰੋਕ ਲੈਂਦੇ ਆ ਤੇ ਪੇਪਰ ਚੈੱਕ ਕਰਦੇ ਆ। ਪਰ ਉਸ ਹਵਾਲੇ ਨਾਲ ਵੀ ਮੈਂ ਇੱਕ ਵੀਡੀਓ ਬਣਾਈ ਸੀਗੀ, ਉਹ ਮੇਰੇ ਕੋਲ ਇੱਕ ਪਾਕਿਸਤਾਨੀ ਦੋ ਫਰੈਂਡਸ ਆਏ ਸੀਗੇ ਤੇ ਉਹ ਐਕਸਪਲੇਨ ਕਰਦੇ ਸੀਗੇ ਕਿ ਈਵਨ ਤੁਹਾਡੇ ਕੋਲ ਪੇਪਰ ਨਹੀਂ ਹੈਗੇ ਆਪਣੀ ਫਾਈਲ ਨੂੰ ਰੈਡੀ ਕਰਕੇ ਰੱਖੋ। ਉਹ ਪੁਲਿਸ ਵਾਲਾ ਜਦੋਂ ਦੇਖਦਾ ਕਿ ਯਾਰ ਇਹਨੂੰ ਇੰਨੇ ਸਾਲ ਹੋ ਗਏ ਤੇ ਛੱਡ ਉਹ ਛੱਡ ਵੀ ਦਿੰਦੇ ਆ, ਕੋਈ ਐਡੀ ਵੀ ਕੋਈ ਗੱਲ ਨਹੀਂ ਹੈਗੀ। ਪਰ ਜਦੋਂ ਇੱਕ ਮਸਲਾ ਇਹ ਹੁੰਦਾ ਆ ਕਿ ਜਦੋਂ ਪੁਲਿਸ ਵਾਲਾ ਤੁਹਾਨੂੰ ਦੇਖਦਾ ਨਾ ਤੇ ਜਦੋਂ ਸਾਨੂੰ ਬੋਲੀ ਨਹੀਂ ਆਉਂਦੀ ਨਾ ਤੇ ਉਹਨੂੰ ਸਮਝ ਆ ਜਾਂਦਾ ਕਿ ਯਾਰ ਇਹ ਬੰਦਾ ਨਵਾਂ ਆ, ਬੇਸ਼ੱਕ ਉਹਨੇ ਵਕਤ ਗੁਜ਼ਾਰਿਆ ਵੀ ਹੋਏ, ਚਾਹੇ ਵਕਤ ਗੁਜ਼ਾਰਿਆ ਹੋਵੇ। ਤੇ ਮੈਂ ਸਾਰਿਆਂ ਨੂੰ ਮੋਟੀਵੇਟ ਕਰਦੇ ਹੁੰਦੇ ਕਿ ਥੋੜਾ ਬਹੁਤਾ ਬੋਲੀ ਵੱਲ ਜ਼ਰੂਰ ਖਿਆਲ ਕਰਿਆ ਕਰੇ, ਇਹ ਲੈਂਗੁਏਜ ਦੇ ਵੱਲ ਨਾ ਖਿਆਲ ਕਰੇ, ਤੁਹਾਨੂੰ ਇਹ ਆਉਣੀ ਚਾਹੀਦੀ ਆ। ਬਿਹਤਰ ਹੋ ਗਿਆ। ਅੱਛਾ, ਹੁਣ ਇੱਕ ਸਵਾਲ ਹੈ ਕਿ ਜ਼ਿਆਦਾਤਰ ਤਾਦਾਦ ਤੁਹਾਡੇ ਬੀ ਪੋਜ਼ਿਟਿਵ ਆਫਿਸ ਦੇ ਅੰਦਰ ਪਾਕਿਸਤਾਨੀ ਆਵਾਮ ਦੀ ਹੈ ਜਾਂ ਆਪਾਂ ਇੰਡੀਅਨ ਆਵਾਮ ਨੂੰ ਤੁਸੀਂ ਸਿਰਫ ਬੀ ਪੋਜ਼ਿਟਿਵ ਤੱਕ ਰੱਖੇ ਆ? ਮੇਰੇ ਵਾਸਤੇ ਨਾ ਜਿਹੜੇ ਜਦੋਂ ਮੈਂ ਕਹਿਣਾ ਨਹੀਂ ਚਾਹੁੰਦਾ ਇੱਧਰਲੇ ਤੇ ਉੱਧਰਲੇ, ਮੈਂ ਨਹੀਂ ਕਹਿਣਾ ਚਾਹੁੰਦਾ, ਸਿਰਫ ਇੱਕ ਸਵਾਲ ਕਰ ਰਿਹਾ। ਮੇਰੇ ਲਈ ਜਿਨ੍ਹਾਂ ਨੂੰ ਮੇਰੀ ਬੋਲੀ ਸਮਝ ਆਉਂਦੀ ਨਾ ਉਹ ਮੇਰੇ ਆ, ਉਹ ਚਾਹੇ ਜਿੱਥੇ ਮਰਜ਼ੀ ਰਹਿੰਦੇ ਹੋਣ। ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਆ, ਉਰਦੂ ਸਮਝ ਆਉਂਦੀ ਨਾ, ਉਹ ਮੇਰੇ ਹੀ ਆ ਤੇ ਉਹ ਸਾਰੇ ਹੀ ਆਉਂਦੇ ਆ। ਇਹਨਾਂ ਵਿੱਚ ਇਦਾਂ ਨਹੀਂ ਕਹਿ ਸਕਦੇ ਕਿ ਉਹ ਘੱਟ ਆਉਂਦੇ ਤੇ ਉਹ ਵੱਧ ਆਉਂਦੇ, ਸੇਮ ਹੀ ਪਿਆਰ ਕਰਦੇ ਸਾਰੇ। ਅਸਲ ਮੇਨ ਮੇਰਾ ਪਹਿਲਾਂ ਵੀ ਮਾਈਂਡ ਹੀ ਆਇਆ ਸੀ, ਮਾਈਂਡ ਸੈਟ ਹੀ ਮੇਰਾ ਆਇਆ ਸੀ ਤੁਹਾਡਾ ਇੰਟਰਵਿਊ ਕਰਨ ਦਾ ਸਪੈਸ਼ਲ ਤੌਰ ਤੇ। ਥੈਂਕ ਯੂ ਜੀ। ਪਹਿਲਾ ਨੰਬਰ ਤੇ ਤੁਹਾਡਾ ਵਰਕ ਬਹੁਤ ਅੱਛਾ ਹੈ, ਬਹੁਤ ਸ਼ੁਕਰੀਆ, ਬਹੁਤ ਅੱਛਾ ਹੈ। ਉਹਦੀ ਵਜ੍ਹਾ ਕੀ ਹੈ ਕਿ ਚੰਚਲ ਸੋਢੀ ਸਾਹਿਬ ਯੂਨਾਨ ਦੇ ਅੰਦਰ ਖਾਲੀ ਸਿੰਗਲ ਪਰਸਨ ਨਹੀਂ ਰਹਿ ਰਹੇ ਕਿ ਕਿਸੇ ਨਾਲ ਉਹਨਾਂ ਨੇ ਕੋਈ ਸਕੈਮ ਕਰਕੇ ਤੇ ਇੱਥੋਂ ਨਿਕਲ ਜਾਣਾ, ਵਿਦ ਫੈਮਿਲੀ ਇੱਥੇ ਰਹਿ ਰਹੇ, ਨੈਸ਼ਨੈਲਿਟੀ ਹੋਲਡਰ ਨੇ ਮਾਸ਼ਾਅੱਲਾ ਯੂਨਾਨ ਦੇ।
ਉਸ ਤੋਂ ਬਾਅਦ ਗੱਲ ਹੈ ਵੀ ਕਿ ਉਹਨਾਂ ਨੇ ਬੜੀ ਅੱਛੀ ਇਹ ਬਾਤ ਕੀਤੀ ਹੈ ਕਿ ਜਿਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਨਾ, ਉਹ ਨਾ ਇੰਡੀਅਨ ਨੇ ਨਾ ਪਾਕਿਸਤਾਨੀ ਨੇ, ਉਹ ਮੇਰੇ ਨੇ। ਮੇਰੇ ਤੋਂ ਮੁਰਾਦ ਹੈ ਕਿ ਅਸੀਂ ਇੱਕ ਹਾਂ, ਔਰ ਇੱਕ ਤੋਂ ਮੁਰਾਦ ਹੈ ਕਿ ਮੁਹੱਬਤਾਂ ਵੰਡਣੀਆਂ ਚਾਹੀਦੀਆਂ। ਤੁਹਾਡੀ ਮੁਹੱਬਤ ਦਾ ਮੈਂ ਬਹੁਤ ਜ਼ਿਆਦਾ ਮਸ਼ਕੂਰ ਹਾਂ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਸਾਨੂੰ। ਬਹੁਤ ਬਹੁਤ ਥੈਂਕ ਯੂ ਜੀ। ਆਪਾਂ ਤਾਂ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਹਾਂ, ਕਿਉਂਕਿ ਅਸੀਂ ਕਹਿੰਦੇ ਹੁੰਦੇ ਆ ਕਿ ਜਿਹੜਾ ਬੰਦਾ ਵੱਡਾ ਨਾ, ਉਹ ਵੱਡਾ ਭੈਣ ਭਰਾਵਾਂ ਨਾਲ ਹੀ ਹੁੰਦਾ। ਜੇ ਭੈਣ ਭਰਾ ਨਹੀਂ ਨਾਲ ਖੜੇ ਹੈਗੇ ਤਾਂ ਕਾਹਦਾ ਵੱਡਾ ਹੋਇਆ। ਅੱਛਾ, ਕੋਈ ਇੱਕ ਐਸੀ ਗੱਲ ਤੁਹਾਡੀ ਜ਼ਿੰਦਗੀ ਦਾ ਐਕਸਪੀਰੀਅੰਸ ਜਿਹੜਾ ਯੂਨਾਨ 'ਚ ਤੁਸੀਂ ਗੁਜ਼ਾਰਿਆ, ਤਕਰੀਬਨ 27 ਸਾਲ ਮੈਕਸਿਮਮ ਜਾਂ ਜ਼ਿਆਦਾ ਅਬਾਵ 27 ਸਾਲ ਦਾ ਕੋਈ ਐਕਸਪੀਰੀਅੰਸ ਕੋਈ ਵੀਵਰ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਸਾਨੂੰ ਯੂਨਾਨ 'ਚ ਜ਼ਿੰਦਗੀ ਗੁਜ਼ਾਰਨੀ ਚਾਹੀਦੀ? ਮੈਂ ਆਪਣਾ ਇੱਕ ਜਿਹੜਾ ਜਹਿਨੀ ਮੇਰਾ ਤਜਰਬਾ ਨਾ, ਉਹ ਇਹ ਆ ਕਿ ਤੁਹਾਨੂੰ ਬੋਲੀ ਆਉਣੀ ਚਾਹੀਦੀ। ਜਿਸ ਮੁਲਕ ਵਿੱਚ ਵੀ ਤੁਸੀਂ ਰਹਿੰਦੇ ਨਾ, ਤੁਹਾਨੂੰ ਉੱਥੇ ਦੀ ਬੋਲੀ ਜ਼ਰੂਰ ਆਉਣੀ ਚਾਹੀਦੀ ਆ। ਜਦੋਂ ਤੁਸੀਂ ਉੱਥੇ ਦੀ ਬੋਲੀ ਬੋਲਦੇ ਨਾ, ਜਿਹੜਾ ਉਸ ਮੁਲਕ ਦਾ ਜਿਹੜਾ ਮੇਨ ਹੁੰਦਾ ਬਸ਼ਿੰਦਾ ਜਾਂ ਜਿਹੜਾ ਉੱਥੇ ਦਾ ਜਨਮ ਹੋਇਆ, ਉਹ ਇੱਕ ਤੁਹਾਨੂੰ ਖਾਸ ਤਰ੍ਹਾਂ ਦੀ ਰਿਸਪੈਕਟ ਦਿੰਦਾ। ਉਹਦੇ ਮਨ ਦੇ ਵਿੱਚ ਇੱਕ ਤੁਹਾਡੇ ਵਾਸਤੇ ਖਾਸ ਇੱਜ਼ਤ ਬਣਦੀ ਆ ਜਦੋਂ ਤੁਸੀਂ ਵਧੀਆ ਬੋਲੀ ਬੋਲਦੇ ਆ। ਜਿਸ ਮੁਲਕ ਵਿੱਚ ਤੁਸੀਂ ਰਹਿੰਦੇ ਆ, ਤੁਸੀਂ ਇਟਲੀ 'ਚ ਰਹਿੰਦੇ ਆ, ਫਰਾਂਸ ਰਹਿੰਦੇ ਆ, ਸਪੇਨ ਰਹਿੰਦੇ ਆ, ਗ੍ਰੀਸ ਦੇ ਵਿੱਚ ਰਹਿੰਦੇ ਆ, ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਨਾ, ਤੇ ਕੋਸ਼ਿਸ਼ ਕਰੇ ਕਿ ਜ਼ੁਬਾਨ ਤੁਹਾਨੂੰ ਨਾ ਬਿਹਤਰ ਤਾਂ ਚਲੋ ਬਿਹਤਰ ਨਾ ਵੀ ਆਵੇ ਚੁੱਕੇ, ਪਰ ਆਉਣੀ ਚਾਹੀਦੀ ਆ। ਬੇਸਿਕ ਗੱਲਾਂ ਜ਼ਰੂਰ ਸਿੱਖ ਕੇ ਆਉਣ। ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ, ਜਿੰਨੇ ਵੀ ਹੁਣ ਭੈਣ ਭਰਾ ਗ੍ਰੀਸ ਦੇ ਵਿੱਚ ਆ ਰਹੇ ਆ ਵਰਕ ਪਰਮਿਟ ਦੇ, ਨਵੇਂ ਆ ਰਹੇ ਨੇ ਜੀ, ਵਰਕ ਪਰਮਿਟ ਦੇ ਬੇਸ ਤੇ ਆ ਰਹੇ ਨਾ, ਉਹਨਾਂ ਨੂੰ ਅਸੀਂ ਇਹ ਸਲਾਹ ਦੇਣਾ ਚਾਹੁੰਦੇ, ਆਉਣ ਤੋਂ ਪਹਿਲਾਂ ਨਾ 10 20 50 100 ਅੱਖਰ ਨਾ ਗ੍ਰੀਕੀ ਦੇ ਸਿੱਖ ਕੇ ਆਓ। ਤੁਸੀਂ ਜਦੋਂ ਤੁਹਾਨੂੰ ਮਾਲਕ ਮਿਲੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਹੈਲੋ ਕਿੱਦਾਂ ਕਰਨੀ ਆ, ਕਿਉਂਕਿ ਸਾਰੇ ਭੈਣ ਭਰਾ ਇਹ ਸੋਚਦੇ ਕਿ ਉੱਥੇ ਜਾ ਕੇ ਸਿੱਖ ਲਵਾਂਗੇ, ਇੱਥੇ ਆ ਕੇ ਨਹੀਂ ਸਿੱਖਦੇ ਹੈਗੇ। ਇਹ ਇੱਕ ਬਹੁਤ ਹੀ ਵੀਕ ਪੁਆਇੰਟ ਆ, ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਬੋਲੀ ਵੱਲ ਜ਼ਰੂਰ ਖਿਆਲ ਕरें। ਅੱਛਾ, ਇੱਕ ਬਾਤ ਹੈ ਵੀ ਇਹ ਬਹੁਤ ਸਾਰੇ ਐਸੇ ਅਫਰਾਦ ਹੈ ਨੇ ਯੂਨਾਨ ਦੇ ਅੰਦਰ ਜਿਹੜੇ ਨਾ ਮੁਖਤਲਿਫ ਤਰੀਕੇ ਔਰ ਮੁਖਤਲਿਫ ਜ਼ਰਾਏ ਦੇ ਨਾਲ ਨਾ ਵਕੀਲ ਹਾਇਰ ਕਰਦੇ ਨੇ, ਲਗੁਸਤੀ ਨਾਲ ਗੱਲ ਕਰਦੇ ਨੇ, ਜਾਂ ਕਿਸੇ ਵੀ ਤਰੀਕੇ ਦੇ ਨਾਲ ਹਾਇਰ ਕਰਦੇ ਨੇ, ਔਰ ਆਵਾਮ ਨੂੰ ਆਪਣੀ ਤਰਫ, ਜਦੋਂ ਆਵਾਮ ਬਹੁਤ ਜ਼ਿਆਦਾ ਉਹਨਾਂ ਨਾਲ ਮਾਇਲ ਹੋ ਜਾਂਦੀ ਹੈ, ਫਿਰ ਬੜੇ ਸਕੈਮ ਵੀ ਹੋਏ ਨੇ। ਲੇਕਿਨ ਤੁਹਾਡਾ ਕੀ ਸੀਨ ਹੈ ਕਿ ਕਿਆ ਤੁਸੀਂ ਪੈਸੇ ਪਹਿਲਾਂ ਲੈਂਦੇ ਹੋ ਜਾਂ ਕੰਮ ਹੋਣ ਤੋਂ ਬਾਅਦ ਤੁਸੀਂ ਪੈਸੇ ਲੈਣੇ ਨੇ? ਅੱਜ ਹੀ ਪਹਿਲੀ ਤਾਂ ਗੱਲ ਇਹ ਆ ਕਿ ਜਿਹੜੀਆਂ ਸਾਡੀਆਂ ਫੀਸਾਂ ਨਾ, ਕਿਸੇ ਵੀ ਕੰਮ ਦੀ ਜਿਹੜੀ ਫੀਸ ਆ, ਉਹ 5 ਯੂਰੋ ਤੋਂ ਲੈ ਕੇ 70 80 ਯੂਰੋ ਤੱਕ ਆ। ਮਤਲਬ 100 ਯੂਰੋ ਤੋਂ ਘੱਟ ਹੀ ਆ ਜਿਹੜੇ ਵੀ ਅਸੀਂ ਕੰਮ ਕਰਦੇ ਆ, ਉਹ ਫੀਸਾਂ ਸਾਡੀਆਂ। ਅਤੇ ਪਲੱਸ ਜਿੰਨਾ ਵੀ ਭੈਣ ਭਰਾਵਾਂ ਦੇ ਅਸੀਂ ਕੰਮ ਕਰਦੇ ਆ, ਤੁਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਆ ਕਿ ਅਸੀਂ ਪੈਸੇ ਬਾਅਦ ਵਿੱਚ ਲੈਂਦੇ ਆ, ਪਹਿਲਾਂ ਨਹੀਂ ਲੈਂਦੇ। ਅਤੇ ਜੇ ਕਿਸੇ ਦਾ ਕੰਮ ਨਹੀਂ ਹੋਇਆ ਤੇ ਉਨੇ ਹੀ ਪੈਸੇ ਲਈਦੇ। ਪਲੱਸ ਇਹਦੇ ਨਾਲ ਇੱਕ ਹੋਰ ਗੱਲ ਐਡ ਕਰਦਾ, ਇਹ ਵੀਡੀਓ ਦੇ ਵਿੱਚ ਸਾਰੇ ਭੈਣ ਭਰਾਵਾਂ ਤੱਕ ਮੈਸੇਜ ਚਲਾ ਵੀ ਜਾਵੇ। ਕਈ ਮੇਰੇ ਭੈਣ ਭਰਾ ਮੇਰੇ ਕੋਲ ਆਉਂਦੇ ਇੱਥੇ, ਉਹ ਸਾਡੇ ਨਾਲ ਗੱਲ ਕਰਦੇ ਆ 15 ਮਿੰਟ 20 ਮਿੰਟ, ਈਵਨ ਉਹ ਮੇਰੇ ਨਾਲ ਹੋਇਆ, ਉਹ ਕਹਿੰਦੇ ਕਿ ਭਾਜੀ ਤੁਸੀਂ ਆਪਣੀ ਫੀਸ ਦੱਸੋ, ਤੁਸੀਂ ਸਾਨੂੰ 20 ਮਿੰਟ ਸਾਡੇ ਨਾਲ ਗੱਲ ਕੀਤੀ। ਮੈਂ ਕਿਹਾ ਸਲਾਹ ਦਾ ਕੋਈ ਪੈਸਾ ਨਹੀਂ ਹੈਗਾ, ਜ਼ਿੰਦਾਬਾਦ। ਜਦੋਂ ਤੁਸੀਂ ਕੰਮ ਸਾਡੇ ਕੋਲੋਂ ਕੋਈ ਕਰਵਾਓਗੇ, ਕੋਈ ਸਰਵਿਸ ਸਾਡੇ ਕੋਲ ਲਾਓਗੇ, ਫਿਰ ਜਿਹੜੀ ਉਹ ਸਾਡੀ ਫੀਸ ਹੋਊਗੀ 20 ਯੂਰੋ 30 ਯੂਰੋ 50 ਯੂਰੋ 70 ਯੂਰੋ, ਇੰਨੀ। ਇਹ ਤੋਂ ਸਾਡੀ ਕੋਈ ਵੀ ਫੀਸ ਹਜ਼ਾਰਾਂ 'ਚ ਨਹੀਂ ਹੈਗੀ, ਕੋਈ ਵੀ ਫੀਸ 100 ਵਿੱਚ ਨਹੀਂ ਹੈਗੀ, ਉਹ 100 ਤੋਂ ਘੱਟ ਹੀ। ਇਹ ਮੇਨ ਪੁਆਇੰਟ ਸੀ ਬਾਤ ਕਰਨ ਦਾ ਕਿ ਸਾਰੀ ਵੀਡੀਓ ਦਾ ਲੁਬੇ-ਲੁਬਾਬ ਹੈ ਹੀ ਹੈ ਕਿ ਕੋਈ ਵੀ ਐਸਾ ਉਹਨਾਂ ਕੋਲ ਕੰਮ ਨਹੀਂ ਆਇਆ ਕਿ ਜਿਹੜਾ ਹਜ਼ਾਰਾਂ 'ਚੋਂ ਰਿਕੁਆਇਰਡ ਕਰਨ, ਔਰ ਕੋਈ ਵੀ ਐਸਾ ਕੰਮ ਨਹੀਂ ਆਇਆ ਜਿਹਦੀ ਫੀਸ ਉਹ ਪਹਿਲਾਂ ਕੰਮ ਕਰਨ ਤੋਂ ਕਿਸੇ ਕੋਲ ਵੀ ਰਿਕੁਆਇਰਡ ਕਰਨ। ਔਰ ਸਭ ਤੋਂ ਅੱਛੀ ਬਾਤ ਔਰ ਜ਼ਰੂਰੀ, ਤੁਸੀਂ ਜਾਣਦੇ ਹੋ ਕਿ ਯੂਨਾਨ ਦੇ ਅੰਦਰ ਕੋਈ ਐਸਾ ਫਰਦ ਨਹੀਂ ਹਾਲੇ ਤੱਕ ਹੈ ਕਿ ਜਿਹੜਾ ਸਿਰਫ ਇਹ ਸੋਚ ਕੇ ਕੰਮ ਕਰੇ ਕਿ ਅਸਾਂ ਸਿਰਫ ਹੈਲਪ ਕਰਨੀ ਹੈ। ਉਹਨਾਂ ਨੇ ਬਿਲਕੁਲ ਨਾ ਸਹੀ ਰੱਖਿਆ ਬੀ ਪੋਜ਼ੀਟਿਵ, ਯਾਨੀ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਸੀਂ ਆ ਅੱਧਾ ਘੰਟਾ ਉਹਨਾਂ ਨਾਲ ਗੁਫ਼ਤਗੂ ਵੀ ਕਰਦੇ ਹੋ, ਕੋਈ ਮਸ਼ਵਰਾ ਲੈਂਦੇ ਹੋ ਪੇਪਰਾਂ ਦੇ ਮੁਤਲਕ, ਯਾਨੀ ਜਿਹੜਾ ਉਹ ਜਾਣਦੇ ਨੇ। ਉਹਨਾਂ ਪਹਿਲਾਂ ਹੀ ਬਾਤ ਹੈ ਮੈਂਸ਼ਨ ਕੀਤੀ ਹੈ ਕਿ ਅਸੀਂ ਕੋਈ ਸੀਰੀਅਸ ਕੰਮ ਨਹੀਂ ਕਰਦੇ, ਜਿਸ ਤਰ੍ਹਾਂ ਲੋਕਾਂ ਦੀਆਂ ਅਦਾਲਤਾਂ ਨੇ ਇਹ ਉਹ, ਕਿ ਉਹਦਾ ਕੋਈ ਚਾਰਜਿਸ ਨਹੀਂ ਹੈ। ਤੁਸੀਂ ਸਿਰਫ ਉਹਨਾਂ ਦੇ ਆਫਿਸ ਆਉਣਾ ਹੈ, ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਮਸ਼ਵਰਾ ਕਰ ਸਕਦੇ ਹੋ। ਜੋ ਕਾਨੂੰਨ ਯੂਨਾਨ ਦਾ ਕਹਿੰਦਾ ਉਹਦੇ ਮੁਤਾਬਕ ਹੀ ਉਹ ਲੀਗਲ ਵੇ ਤੁਹਾਨੂੰ ਪ੍ਰੋਵਾਈਡ ਕਰਨਗੇ, ਅਦਰਵਾਈਜ਼ ਲੀਗਲ ਵੇ ਨਹੀਂ ਹੋਏਗਾ ਤੇ ਉਹ ਕੋਈ ਵੀ ਕੰਮ ਉਹ ਨਹੀਂ ਕਰਨਗੇ। ਤੇ ਲਾਸਟ ਕੁਐਸਚਨ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ, ਇੰਡੀਆ ਔਰ ਪਾਕਿਸਤਾਨ ਔਰ ਪੰਜਾਬ ਦੇ ਹਵਾਲੇ ਨਾਲ, ਤੁਹਾਨੂੰ ਲੱਗਦਾ ਹੈ ਕਿ ਯੂਨਾਨ ਦੇ ਅੰਦਰ ਕਬੱਡੀ ਮੈਚ ਇਹ ਉਹ ਸਾਨੂੰ ਇੰਡੀਆ ਔਰ ਪਾਕਿਸਤਾਨੀਆਂ ਨੂੰ ਕਰਵਾਉਣੇ ਚਾਹੀਦੇ ਨੇ, ਔਰ ਤਾਂ ਕਿ ਥੋੜਾ ਕਲੋਜ਼ ਹੋਏ ਸਾਰੀ ਆਵਾਮ? ਬਿਲਕੁਲ ਜੀ, ਮੈਂ ਤਾਂ ਕਹਿੰਦਾ ਕਿ ਵੀ ਮੈਚ ਹੋਣੇ ਚਾਹੀਦੇ ਆ। ਕ੍ਰਿਕਟ ਦੇ ਮੈਚ ਤਾਂ ਚਲੋ ਹੁੰਦੇ ਹੀ ਆ, ਪਰ ਨਾ ਇੱਕ ਗੱਲ ਮੈਂ ਕੀ ਕਹਿੰਦੇ ਆ ਕਹਿਣੀ ਚਾਹੂੰਗਾ, ਮੇਰਾ ਆਪਣਾ ਜੇਨ ਆ, ਕਿ ਤੁਸੀਂ ਸਾਰੇ ਭੈਣ ਭਰਾ ਨਾ ਗੇਮ ਨੂੰ ਗੇਮ ਦੀ ਹੱਦ ਤੱਕ ਹੀ ਰੱਖਣ।
ਉਹਨੂੰ ਜਨੂਨੀਅਤ ਨਾ ਬਣਾ ਲੈ। ਸਾਡਾ ਜਿੱਦਾਂ ਕਿ ਵੀ ਮਸਲਾ ਮੈਂ ਸੋਸ਼ਲ ਮੀਡੀਆ ਤੇ ਟਿਕਟੌਕ ਤੇ ਦੇਖਦਾ ਰਹਿੰਦਾ ਆ, ਲੋਕੀ ਟੀਵੀ ਤੋੜ ਦਿੰਦੇ ਆ, ਫੋਨ ਚੱਕ ਚੱਕ ਕੇ ਮਾਰਦੇ ਆ। ਯਾਰ ਇਹ ਗੇਮ ਆ ਇੱਕ, ਹਨਾ, ਇਹਨੂੰ ਤੁਸੀਂ ਗੇਮ ਵਾਂਗੂ ਹੀ ਦੇਖੇ। ਮੈਂ ਵੀ ਕ੍ਰਿਕਟ ਦੇਖਦਾ, ਮਤਲਬ ਕੋਈ ਉਹਦੇ ਵਿੱਚ ਨਹੀਂ ਹੈਗਾ, ਕਬੱਡੀ ਦੇ ਮੈਚ ਵੀ ਦੇਖਦਾ। ਯੂਨਾਨ ਦੇ ਅੰਦਰ ਕਬੱਡੀ ਦੇ ਮੈਚ ਹੁੰਦੇ ਨੇ, ਜੀ ਤੁਸੀਂ ਜੀ ਜੀ ਦੇਖਦੇ ਹੋ। ਔਰ ਇਹਨੂੰ ਤੁਸੀਂ, ਕਿਉਂਕਿ ਜਿਹੜੀਆਂ ਗੇਮਾਂ ਹੁੰਦੀਆਂ ਇਹ ਇੱਕ ਪਿਆਰ ਮੁਹੱਬਤ ਨੂੰ ਵਧਾਉਣ ਦੀਆਂ ਗੱਲਾਂ ਹੁੰਦੀਆਂ ਆ, ਨਾ ਕਿ ਤੁਸੀਂ ਉਹਦੇ ਵਿੱਚ ਇੱਕ ਨਫ਼ਰਤ ਪੈਦਾ ਕਰ ਲੈਂਦੇ ਨਾ, ਉਹ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ। ਅੱਛਾ, ਅਗਰ ਮੈਂ ਕਹਿੰਦਾ ਮੈਂ ਤੁਹਾਨੂੰ ਇਨਵਾਈਟ ਕਰਦਾ ਪਾਕਿਸਤਾਨ, ਤੇ ਤੁਸੀਂ ਆਣਾ ਪਸੰਦ ਕਰੋਗੇ? ਬਿਲਕੁਲ ਜੀ, ਕਿਉਂ ਨਹੀਂ। ਪਾਕਿਸਤਾਨ, ਕਿਉਂਕਿ ਪਾਕਿਸਤਾਨ ਕਿਉਂ ਨਹੀਂ ਆਉਣਾ ਪਸੰਦ ਕਰਨਾ ਚਾਹੁੰਦੇ? ਵਾਈ ਨੋਟ, ਮੈਨੂੰ ਕਦੇ ਵੀ ਮੌਕਾ ਮਿਲੂਗਾ ਤੇ ਜ਼ਰੂਰ ਆਵਾਂਗੇ। ਜ਼ਿੰਦਾਬਾਦ ਹੋ ਗਿਆ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ, ਬੜੀ ਖੁਸ਼ੀ ਹੋਈ ਔਰ ਬਹੁਤ ਮਸ਼ਕੂਰ ਹਾਂ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ। ਥੈਂਕ ਯੂ ਸੋ ਮੱਚ। ਤੇ ਇਨਸ਼ਾਅੱਲਾ ਤਾਲਾ ਮਿਲਨੇ ਆ ਸਾਰਿਆਂ ਨੂੰ ਨੈਕਸਟ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖਿਓ। ਬਹੁਤ ਸ਼ੁਕਰੀਆ, ਜਜ਼ਾਕ।